ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਸਤਿਗੁਰਾਂ ਨੇ ਬੜੀ ਦਇਆ ਰਹਿਮਤ ਕੀਤੀ। ਅੰਮ੍ਰਿਤ ਵੇਲੇ ਦੇ ਇਹਨਾਂ ਦੀਵਾਨਾਂ ਦੀ ਆਪ ਦੀ ਹਾਜ਼ਰੀ ਭਰ ਰਹੇ ਹੋ। ਲੜੀਵਾਰ ਕਥਾ ਵਿਚਾਰ ਸ਼੍ਰੀ ਆਨੰਦ ਸਾਹਿਬ ਜੀ ਦੀ ਚੱਲ ਰਹੀ ਹੈ। ਹੁਣੇ ਆਪ ਜੀ ਨੇ 16ਵੀਂ ਪੌੜੀ ਦਾ ਮੂਲ ਪਾਠ ਸਰਵਣ ਕੀਤਾ ਹੈ, ਜਿਸ ਦੀ ਆਪਾਂ ਅੱਜ ਵਿਚਾਰ ਕਰਨੀ ਹੈ। ਕੀ ਬਖਸ਼ਾਂ ਕੀ ਰਹਿਮਤਾਂ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵਰਤਾ ਰਹੇ ਨੇ। ਆਓ ਮਨੁ ਬਿਰਤੀਆਂ ਨੂੰ ਕਰੀਏ ਇਕਾਗਰ। ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹੋ ਸੋਹਿਲਾ ਸ਼ਬਦ ਸੁਹਾਵਾ। ਸਾਧ ਸੰਗਤ, ਜੀਵਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਸ਼ਬਦ ਦੀ ਬੜੀ ਲੋੜ ਪੈਂਦੀ ਹੈ। ਸ਼ਬਦ ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਲਿਖਦੇ ਹਾਂ, ਤੇ ਇੱਕ ਹੋਰ ਜੋ ਅਸੀਂ ਕਿਸੇ ਨੂੰ ਇਸ਼ਾਰੇ ਦੇ ਨਾਲ ਸਮਝਾਉਂਦੇ ਹਾਂ, ਉਹਨੂੰ ਵੀ ਸ਼ਬਦ ਕਿਹਾ ਜਾਂਦਾ। ਇਹਨਾਂ ਦੀ ਲੋੜ ਸਾਨੂੰ ਪੈਂਦੀ ਹੈ ਜੀਵਨ ਦੇ ਵਿੱਚ। ਹੁਣ ਤੱਕ ਸੰਸਾਰ ਦੇ ਉੱਤੇ ਮਨੁੱਖ ਨੇ ਚੀਜ਼ਾਂ ਨੂੰ ਸਮਝਣ ਦੇ ਲਈ, ਜਾਂ ਕਹਿ ਲਓ ਸਮੁੱਚੇ ਸੰਸਾਰ ਨੂੰ ਸਮਝਣ ਦੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਸ਼ਬਦਾਂ ਦੀ ਘਾਟ ਕੀਤੀ। ਹਰ ਇੱਕ ਦੀ ਆਪਣੀ ਆਪਣੀ ਲਿਪੀ, ਆਪਣੀ ਆਪਣੀ ਭਾਸ਼ਾ ਹੈ, ਤੇ ਉਸ ਭਾਸ਼ਾ ਦੇ ਨਾਲ ਮਨੁੱਖ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਦਾ, ਤੇ ਉਸ ਗੱਲਬਾਤ ਦੁਆਰਾ ਸਮਝ ਪੈਂਦੀ ਹੈ ਰਿਸ਼ਤੇਦਾਰੀਆਂ ਦੀ, ਪਰਿਵਾਰਾਂ ਦੀ, ਸੰਬੰਧੀਆਂ ਦੀ, ਤੇ ਇਹਦੇ ਨਾਲ ਹੀ ਅਸੀਂ ਇੱਕ ਦੂਸਰੇ ਦੇ ਨਾਲ ਆਪਣੇ ਇਮੋਸ਼ਨ ਜਾਂ ਆਪਣੇ ਦਿਲ ਦੀਆਂ ਭਾਵਨਾਵਾਂ ਪ੍ਰਗਟ ਕਰਦੇ ਹਾਂ, ਤੇ ਇਸੇ ਚੀਜ਼ ਨੂੰ ਸ਼ਬਦ ਕਿਹਾ ਜਾਂਦਾ। ਤੇ ਸਾਧ ਸੰਗਤ, ਸ਼ਬਦ ਜਿਹੜਾ ਹੈ ਨਾ, ਇਹ ਬੜੇ ਸਮੇਂ ਤੋਂ, ਹੁਣ ਤੋਂ ਨਹੀਂ ਹੈ। ਤੇ ਇਹ ਜਿਹੜਾ ਸ਼ਬਦ ਹੈ, ਇਹਦਾ ਸੰਬੰਧ ਹਵਾ ਦੇ ਨਾਲ ਜੁੜਦਾ ਹੈ, ਕਿਉਂਕਿ ਹਵਾ ਆਪਾਂ ਸਵਾਸ ਲੈਂਦੇ ਹਾਂ ਤੇ ਸ਼ਬਦ ਆਪਣੇ ਅੰਦਰੋਂ ਨਿਕਲਦਾ, ਫਿਰ ਉਹਨੂੰ ਸ਼ਬਦ ਨੂੰ ਅਸੀਂ ਲਿਖਤੀ ਰੂਪ ਵੀ ਦੇ ਦਿੰਦੇ। ਇਹ ਸ਼ਬਦ ਹਨ ਜਿਹੜੇ ਅਸੀਂ ਬੋਲਦੇ ਹਾਂ, ਲਿਖਦੇ ਹਾਂ, ਕਰਦੇ ਹਾਂ, ਕਿਸੇ ਨੂੰ ਸਮਝਾਉਣ ਦੇ ਲਈ ਵਰਤਦੇ ਹਾਂ। ਤੇ ਇਹ ਸ਼ਬਦਾਂ ਦੁਆਰਾ ਸਾਡੀ ਸਾਂਝ ਇੱਕ ਦੂਸਰੇ ਨਾਲ ਪੈਂਦੀ ਹੈ। ਤੇ ਜੇ ਸੋਚ ਲਿਆ ਜਾਵੇ ਕਿ ਸ਼ਬਦ ਹੀ ਨਾ ਹੁੰਦੇ ਸੰਸਾਰ ਦੇ ਉੱਤੇ, ਤੇ ਆਪਾਂ ਕੀ ਕਰਦੇ? ਨਹੀਂ ਕੁਝ ਕਰ ਸਕਦੇ ਸੀ। ਕਿਸੇ ਨੂੰ ਆਪਣੀ ਗੱਲ, ਕਿਸੇ ਨੂੰ ਆਪਣੀ ਭਾਵਨਾ ਪ੍ਰਗਟ ਕਰਨ ਦੇ ਲਈ ਅਸੀਂ ਕੀ ਕਹਿੰਦੇ? ਕੁਛ ਵੀ, ਕਿਉਂਕਿ ਸ਼ਬਦ ਹੀ ਨਹੀਂ ਸੀ ਸਾਡੇ ਕੋਲ। ਅੱਜ ਵੀ ਇਹ ਸ਼ਬਦ ਬਹੁਤ ਪੁਰਾਣਾ, ਅੱਜ ਵੀ ਜਦੋਂ ਪੁਰਾਣੀਆਂ ਸੱਭਿਅਤਾਵਾਂ ਖੋਜਿਆ ਜਾਂਦਾ ਹੈ, ਮੋਹਨ ਜੋਦੜੋ ਆਪ ਜੀ ਨੂੰ ਪਤਾ ਹੋਏਗਾ, ਕੋਟਲਾ ਨਿਹੰਗ ਖਾਨ, ਜਾਂ ਆਪਣੇ ਇੱਥੇ ਗੁਜਰਾਤ ਦੇ ਅੰਦਰ ਧੋਲਾਵੀਰਾ ਨਾਮ ਦੀ ਇੱਕ ਜਗ੍ਹਾ ਹੈ, ਉਹਨਾਂ ਜਗ੍ਹਾ ਦੇ ਉੱਤੇ ਜਦੋਂ ਖੋਜ ਕੀਤੀ ਗਈ ਹੈ, ਤੇ ਉੱਥੋਂ ਸਾਨੂੰ ਜਿਹੜੇ ਵਿਗਿਆਨਕ ਹਨ, ਉਹਨਾਂ ਨੂੰ ਬੜੀਆਂ ਵੱਡੀਆਂ ਸੱਭਿਅਤਾਵਾਂ ਮਿਲੀਆਂ, ਜਿਹੜੀਆਂ ਬੜੀਆਂ ਵਿਕਸਿਤ ਸਨ। ਵਿਕਸਿਤ ਜਿਵੇਂ ਉਹਨਾਂ ਦੇ ਕੋਲ ਸਾਰਾ ਕੁਝ ਸੀ, ਪਰ ਉਹਨਾਂ ਨੂੰ ਸਮਝਣ ਦੇ ਲਈ ਨਾ ਬੜੀ ਵੱਡੀ ਦਿੱਕਤ ਆ ਰਹੀ ਹੈ। ਵਿਗਿਆਨੀਆਂ ਨੂੰ ਉਹਨਾਂ ਸੱਭਿਅਤਾਵਾਂ ਨੂੰ ਸਮਝਣ ਵਾਸਤੇ ਬੜੀ ਵੱਡੀ ਦਿੱਕਤ ਆ ਰਹੀ ਹੈ। ਕਿਉਂਕਿ ਉਹਨਾਂ ਦੀ ਲਿਪੀ ਪੜ੍ਹੀ ਨਹੀਂ ਜਾ ਸਕਦੀ, ਉਹਨਾਂ ਦੇ ਸ਼ਬਦ ਪੜ੍ਹੇ ਨਹੀਂ ਜਾ ਸਕਦੇ। ਤੇ ਵਿਗਿਆਨਿਕ ਇਹ ਗੱਲ ਕਹਿੰਦੇ ਆ ਕਿ ਜੇ ਕਿਤੇ ਮੋਹਨ ਜੋਦੜੋ ਜਾਂ ਕੋਟਲਾ ਨਿਹੰਗ ਖਾਨ, ਤੇ ਜਾਂ ਆਪਣੇ ਕੋਲ ਇੱਥੇ ਜੋ ਧੋਲਾਵੀਰਾ ਨਾਮ ਦੀ ਜਗ੍ਹਾ ਹੈ, ਜੇ ਕਿਤੇ ਉਹਨਾਂ ਦੀਆਂ ਲਿਪੀਆਂ ਪੜ੍ਹ ਲਈਆਂ ਜਾਣ, ਜੇ ਉਹਨਾਂ ਦੇ ਉਹ ਸ਼ਬਦ ਪੜ੍ਹ ਲਏ ਜਾਣ, ਤੇ ਸਾਨੂੰ ਅੱਗੇ ਮਨੁੱਖਤਾ ਨੂੰ ਸਮਝਣ ਵਾਸਤੇ ਬੜੀ ਸੌਖ ਹੋ ਜਾਏਗੀ। ਕਿਉਂਕਿ ਸ਼ਬਦ ਨਹੀਂ ਪੜ੍ਹੇ ਜਾ ਰਹੇ, ਤਾਂ ਕਰਕੇ ਦਿੱਕਤ ਆ ਰਹੀ ਹੈ।
इस करके शब्द की जिहड़ी है ना मनुख के जीवन च बड़ी वड्डी महानता है। किसी भी विषय के विच लै लो, जे किसी ने कोई विग्यानिक बनना है उन्होंने शब्दों की लोड़ पवे, ते जे किसी ने डॉक्टर बनना है उन्होंने भी शब्दों की लोड़ पए। जे आपां इत्थे विचार कर रहे हैं इत्थे भी आपां शब्दों द्वारा विचार कर रहे हैं। इस करके शब्द बड़ी वड्डी जरूरत है मनुख दी। इसी प्रकार साध संगत ये जिहड़े शब्द होंदे आ ना ये भी अगे जाके गीत दे विच बदल जाते हैं। जिवें आपां धन श्री गुरु ग्रंथ साहिब सच्चे पातशाह की जिन्नी बाणी पढ़ते काल रूप है, जदों शब्दां नूं किसी विशेष ढंग दे नाल ढालिया जांदा ते ओहदी कविता बन जाती। फिर उस कविता नूं सारे लोग गायन रूप दे दिंदे आ जिन्हां तों गीत बन जांदा। इसी प्रकार संसार के लोग उन्हां गीतां नूं गा के अपना मन परचाउंदे। फिर आप जी ने ध्यान देना कि एक शब्द पैदा होता है, उन्हां शब्दों के विच कुछ बना के कुछ लिख के एक गीत पैदा किया जाता है, कविता पैदा की जाती है। उस कविता को संगीत दे के फिर गीत पैदा होता है। तो जो गीत पैदा होता है तो वह मनुख के मन को मोह लेता है। इसी प्रकार गीत भी कई प्रकार के होंगे हैं। साध संगत आप जी संसार के विच देखते हो कई प्रकार के गीत ने संगीत लोग सुनते हैं कि हर किसी के मन की अवस्था के अनुसार वो गीत बनाए जाते हैं। किसी का किसी प्रकार का गीत सरवण करना दिल करता होंदा। ते ये भी मैं नाल कह देवां कि हर गीत की एक उम्र होंदी है। अज तो 10 साल पहले जिहड़े गीत सन अज नहीं हैं, जो लोग गाउंदे सन ते जिहड़े अज गाए जा रहे हैं होर 5 साल 10 साल तक नहीं होने। हुण ते चलो खैर सोशल मीडिया का जमाना है, हर रोज गंदगी आ रही है कि असं अपने उन्होंने मन के वसा रहे। गंदगी शब्द मैं तां वरत रहा क्योंकि उन्होंने गीतों के विच वो सभ्यता नहीं रह गई, वो सभ्यक शब्द नहीं रह गए। सो रहो विचार पर गुरबाणी भी एक गीत है। ते भगत कबीर जी कहते कि गुरबाणी जिहड़ी है ये कल्ले वो गीत नहीं जिहड़े संसार के लोग गाउंदे। ते भगत कबीर जी दा गाया करदे सन ते लोग कहते सन भगत कबीर गीत गाउंदा है। ते कबीर साहब कहते आ कि ये साधु सुंदर मेरे रामीआ जदों मैं तेरे गीत गाउना है, जदों मैं तेरी उस्तत करदा ते लोग कहते संसारी गीतां वांगू करदा। ते पर कबीर साहब कहते लोग जाने कि जो गीत है ये तो ब्रह्म विचार ज्यों कांसी उपदेश होए मान समर्ति बा। कहते लोग ये कहते हैं कि गीत है आम गीतां वर्गा, पर नहीं। उन्होंने गीतों की साध संगत मौत हो जाती है, कुछ 10 साल बाद हो जाए, कुछ 2 साल बाद हो जाए, ज्यादा तो ज्यादा चंगा होगा तो 20 साल उम्र होगी जिहड़े संसारी लोग गीत गाउंदे। ये दूसरी गल भी मैं कह दवा कि जे संसार के लोग खुशी के गीत गाउंदे आ ना, एक ना एक दिन उन्होंने मौत के या कमी के गीत भी गाने चाहिए। संसार के लोग जे खुशी के गीत गाउंदे आ एक दिन उन्होंने ऐसा भी होगा जिस दिन उन्होंने गमी के गीत भी गाने। इसे करके ना संसार के लोग घोड़ियां सुहाग खुशी के गाउंदे आ ते फिर वैन आदि जिहड़े मौत के गाने पैंदे आ। इसे करके इन्हां गीतों की उम्र जिहड़ी है साध संगत थोड़ी हुई है, पर जपजी साहब की उम्र सदियां तो हो गई। गुरु नानक साहब के समय भी वो जपजी साहब पढ़िया जाता सी ते अज सवेरे भी आपां वो जपजी साहब पढ़िया। क्यों? क्योंकि ब्रह्म का गीत कभी खत्म नहीं होगा। ब्रह्म जे आप अस्तित्व वाला है, जे ब्रह्म आप कभी खत्म नहीं होगा ते उस ब्रह्म के ये जिहड़े शब्द हैं, ब्रह्म के ये जिहड़े गीत हैं, ये भी कभी खत्म नहीं होंगे। मैं फिर एक बार गल दोहरा के अगे चलना कि शब्द जिहड़ा है वो मनुख के लिए बहुत सहाई है चीज़ों को समझने वास्ते, हर किसी को समझने वास्ते। ते उन्हां नूं जदों किसी विशेष सांचे च ढालिया जाता उदों एक गीत बनता है, एक कविता बनती है। उस कविता को फिर संगीत दे के गाया जाता है, वो गीत बन जाता है।
फिर जदों उस गीत नूं लोकी सुणदे उन्हां दे मन नूं शांति हुंदी। ते ब्रह्म का जिहड़ा गीत है वो गुरबाणी है, जो महाराज ने अज गल करनी। ते ये ब्रह्म का गीत सदा ही खुशी वाला रहिंदा है। जो सतगुरां ने अज शब्द वरते है ना, सोहिला शब्द वरते महाराज ने। ते सोहिले का अर्थ हुंदा है खुशी का गीत, जिहड़ा खुशी वेले गाया है। ते संसार के लोग जिहड़ा गीत संगीत करते हैं ਉਹਦੇ ਵਿੱਚ ਖੁਸ਼ੀ ਤੇ ਹੁੰਦੀ ਆ, ਪਰ ਥੋੜੀ ਜਿਹੀ ਖੁਸ਼ੀ ਹੁੰਦੀ ਆ। ਕੁਝ ਸਮਾਂ ਗਾ ਲਿਆ, ਸੁਣ ਲਿਆ, ਉਸ ਤੋਂ ਬਾਅਦ ਉਹ ਗੀਤ ਦੀ ਮੌਤ ਹੋ ਜਾਂਦੀ ਹੈ, ਮਨ ਅੱਕ ਜਾਂਦਾ, ਵਾਰ-ਵਾਰ ਨਹੀਂ ਸੁਣਨਾ। ਪਰ ਜਪਜੀ ਸਾਹਿਬ ਜਦੋਂ ਪੜ੍ਹੋ ਉਦੋਂ ਹੀ ਮਨੁੱਖ ਦਾ ਮਨ ਜਿਹੜਾ ਟਿਕ ਜਾਂਦਾ, ਪਰ ਪੜ੍ਹਨ ਦੀ ਇੱਛਾ ਹੋਣੀ ਚਾਹੀਦੀ ਹੈ। ਇਸੇ ਪ੍ਰਕਾਰ ਇਹ ਸੋਹਿਲਾ ਭਾਵ ਖੁਸ਼ੀ ਦਾ ਗੀਤ ਹੈ। ਤੇ ਇਹ ਜਿਹੜਾ ਖੁਸ਼ੀ ਦਾ ਗੀਤ ਹੈ, ਜਦੋਂ ਮਨੁੱਖ ਗਾ ਲਵੇ ਉਸ ਤੋਂ ਬਾਅਦ ਕਦੀ ਇਹਨੂੰ ਕਵੀ ਦਾ ਗੀਤ ਨਹੀਂ ਗਾਉਣਾ ਪਵੇ। ਸੰਸਾਰ ਦੇ ਲੋਕ ਖੁਸ਼ੀ ਦੇ ਗੀਤ ਇੱਕ ਦਿਨ ਗਾਉਂਦੇ ਆ, ਪਰ ਉਹਨਾਂ ਨੂੰ ਕਿਸੇ ਨਾ ਕਿਸੇ ਦਿਨ ਗਮੀ ਦਾ ਗੀਤ ਵੀ ਗਾਉਣਾ ਪਵੇਗਾ। ਪਰ ਜਿਹੜਾ ਮਨੁੱਖ ਖੁਸ਼ੀ ਦਾ ਗੁਰੂ ਦਾ ਸ਼ਬਦ ਦਾ ਗੀਤ ਗਾਉਂਦਾ ਹੈ, ਉਹਨੂੰ ਕਦੀ ਵੀ ਗਮੀ ਦਾ ਗੀਤ ਨਹੀਂ ਗਾਉਣਾ। ਇਹੋ ਸੋਹਿਲਾ ਸ਼ਬਦ ਸੁਭਾਵਾ ਹੈ। ਵਾਹਿਗੁਰੂ ਜੀ, ਇਹ ਜਿਹੜੇ ਸ਼ਬਦ ਹਨ ਤੁਹਾਡੇ, ਜੋ ਗੁਰਬਾਣੀ ਹੈ ਤੁਹਾਡੀ, ਇਹ ਬੜੇ ਸੋਹਣੇ ਗੀਤ ਹਨ। ਇਹੋ ਸੋਹਿਲਾ ਸ਼ਬਦ ਸੁਹਾਵਾ, ਸੁਹਾਵਾ ਦਾ ਅਰਥ ਹੁੰਦਾ ਸੋਹਣੇ, ਬੜੇ ਪਿਆਰੇ ਲੱਗਣ। ਮਹਾਰਾਜ ਜੀ ਤੁਹਾਡੀ ਜਿਹੜੀ ਬਾਣੀ ਹੈ ਇਹ ਬੜੀ ਪਿਆਰੀ ਹੈ, ਇਹ ਸ਼ਬਦ ਬੜੇ ਪਿਆਰੇ ਹਨ, ਇਹ ਗੀਤ ਬੜੇ ਆਨੰਦਮਈ ਹਨ। ਸ਼ਬਦ ਸੁਹਾਵਾ ਸਦਾ ਸੋਹਿਲਾ, सत गुरु सुनाया। ये जिहड़ा सुहावा शब्द है ना, जिहड़ा बड़ा प्यारा लगदा है। ते गुरमुखों प्यारा उहनूं लगदा हुंदा है जिहड़ा इहदे नाल अपना चित्त जोड़ लैंदा। दूसरियां दे वास्ते सिर्फ रौला है, दूसरियां वास्ते रौला है। जिहड़ा पढ़दा है मन जोड़दा है, उहनां नूं पता है कि इहदे विच कितना अध्यात्मिक ज्ञान छिपिया होया है। पर जिन्हें कभी गुरुद्वारे का मूँह ना देखिया होवे, उहदे लिए सिर्फ रौला है। सतगुरु कहते ये शब्द जिहड़ा है ना वाहिगुरू जी, ये तुहाडा शब्द बड़ा प्यारा है कि ये सदा सोहिला, सदा खुशी का गीत है। सदा ही खुशी आती है जो पढ़ीदा, जो जपजी साहब पढ़ीदा वो भी खुशी आती है। जो पंज बाणियां का नित्य करीदा उदों भी खुशी आती है, मन खड़ाओ च आ जाता। जो सुखमनी साहब पढ़ीए तां भी आनंद आउंदा। ਤੇ ਜਦੋਂ ਸਤਿਗੁਰੂ ਜੀ ਸਹਿਜ ਪਾਠ ਕਰਦੇ ਹਨ ਉਦੋਂ ਵੀ ਤੁਹਾਡੇ ਨਾਲ ਗੱਲਾਂ ਕਰਦੇ ਉਦੋਂ ਵੀ ਆਨੰਦ ਆਉਂਦਾ। ਇਸੇ ਕਰਕੇ ਸਦਾ ਸੋਹਿਲਾ ਹੈ। ਸੋਹਿਲਾ ਸਦਾ ਹੀ ਖੁਸ਼ੀ ਦੇਣ ਵਾਲਾ ਸ਼ਬਦ ਹੈ। ਤੇ ਸੁਣਾਇਆ ਕਿੰਨੇ ਹੈ? ਸਤਿਗੁਰੂ ਸੁਣਾਇਆ, ਸਤਿਗੁਰੂ ਨੇ ਸੁਣਾਇਆ ਹੈ ਇਹ ਸ਼ਬਦ, ਹੋਰ ਕਿਸੇ ਨੇ ਨਹੀਂ। ਸਤਿਗੁਰੂ ਦੁਆਰਾ ਇਹ ਬਾਣੀ ਪ੍ਰਗਟ ਹੋਈ ਹੈ, ਸੱਚੇ ਗੁਰੂ ਦੁਆਰਾ। ਸੱਚੇ ਗੁਰੂ ਨੇ ਇਹ ਸ਼ਬਦ ਸਾਨੂੰ ਦਿੱਤਾ ਹੈ। ਛਿਆਂ ਪਾਤਸ਼ਾਹੀਆਂ ने, भट्टां ने, भगतां ने ये सारा शब्द धन गुरु ग्रंथ साहब जी के अंदर दर्ज किया। ये शब्द सानू जिहड़ा महाराज ने दिता है। एहो तिनकै मन वसिया, जिन तरहों लिखिया आया। हुण गुरु अमरदास महाराज ने पूछिए कि सतगुरु की ये शब्द जिहड़ा है, ये गुरबाणी जिहड़ी है, ये हर कोई पढ़ सकता, हर कोई इस शब्द के विच लग सकता है। ते सतगुरु सच्चे पातशाह कहते नहीं भाई, इहो तिनकै मन वसिया, जिन धुरों लिखिया आया। धुर तो जिन्हां दे कर्म वड्डे हुंदे। ते साध संगत दी मत सोचिया करिए कि शायद सतगुरां दी साडे उत्ते किरपा नहीं है कि असीं बैठे हां, जे सवेरे जपजी साहब पढ़ लिया ना, ये पता नहीं किहड़ा साडा धुर दा कोई कर्म जागिया ते असीं बैठे। कभी नहीं सोचना चाहिए कि गुरु साहब पता नहीं असी कर्म साडे चंगे है या नहीं चंगे। वो तो चलो गुरु जानता है कितने असी चंगे हैं, कितने माड़े हैं। पर ये कोई धुर दा कर्म साडा कोई जागदा है, असी बाणी पढ़ते जिन्हां नूं बंदगी की दात मिलदी है। नहीं तो घरां दे घर जिहड़े आ धूड़ सुते पे, किसी नूं पता ही नहीं कि बाणी की हुंदी है, शब्द की हुंदा, गुरु नाल जुड़ना किवें, नाम जपना किवें, नहीं पता। संसारी लोगों की कार इसी प्रकार चलती, वो कहते खान आए सौन आए बस संसार तो चले जाते। पर गुरमुखों को इस गल का पता होता है कि अमृत वेला सांभांगे, शब्द का सोहिला करांगे,
कि जीवन एक वाकई रंगत वाला बन जाता, उस जीवन की कोई व्याख्या नहीं की जा सकती जो गुरु जीवन देता है। सतगुरु कहते भाई ये किनके मन वसिया है, जिहड़ा शब्द है ना उन्हां दे मन च वसदा है, ये सुहिला शब्द, ये बाणी, ये भजन बंदगी उन्हां दे अंदर वसदी है, जिन्हां नूं धुरों ते लिखिया होया, जिन्हां ने धुर तो ही लेख पै गए, जिन्हां उत्ते उस अकाल पुरख की कृपा होगी, हरेक दे मस्तक ते लेख लिखी। एक फिर है कनेरे कर है गल्ला, गली किने ना पाया। रहमत करते महाराज कहते आ कि संसार के लोग बड़िया गल्लां करते हैं, ये गल्लां दे नाल शब्द प्राप्त नहीं होंदा। गल्लां कई प्रकार के ग्रंथ साध संगत लिखे गया संसार के उत्ते, कि वो लोग उन्हां ग्रंथां नूं पढ़ पढ़ के विचार कर करके एक दूसरे के नाल झगड़ना शुरू कर देंगे। इत्थों तक कि उस समियां दे विच लोग ऊठां दे उत्ते, बलदां दे उत्ते, गड्डियां दे उत्ते किताबां लद के ये दूसरिਆਂ ਦੇ ਨਾਲ विचार चर्चा ਕਰਨ ਲੱਗੇ ਸਨ, ਤੇ ਫਿਰ ਉਹਨੂੰ ਹਰਾ ਕੇ ਤੇ ਹੋਰ ਹੰਕਾਰ ਵੱਧ ਜਾਂਦਾ ਸੀ, ਕਨੇਰੀਆਂ ਗੱਲਾਂ ਕਰਦੇ ਸੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਹਿੰਦਾ ਪੜ ਪੜ ਗੱਡੀ ਗਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਂ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਸੀ ਲੋਕਾਂ ਦੇ ਪੜੀ ਜਾਂਦੇ ਸੀ ਕਿ ਗੱਡੀਆਂ ਤੇ ਗੱਡੇ ਲੱਗੀ ਜਾਂਦੇ ਸੀ, ਹੋਰ ਕੁਛ ਨਹੀਂ। ਅਸਲ 'ਚ ਜੋ ਧਾਰਮਿਕ ਗ੍ਰੰਥ ਸਾਡੇ ਹੁੰਦੇ ਆ, ਸ਼ਾਸਤਰ ਭਾਵੇਂ ਕਿਸੇ ਵੀ ਧਰਮ ਦੇ ਹੋਣ, ਉਹਨਾਂ ਦੇ ਵਿੱਚੋਂ ਅਸੀਂ ਇੱਕ ਮੇਨ ਮੁੱਦਾ ਲੈਣਾ ਹੁੰਦਾ ਕਿ ਅਧਿਆਤਮਿਕਤਾ ਕਿਵੇਂ ਪ੍ਰਾਪਤ ਹੋਵੇ। ਅਧਿਆਤਮਿਕਤਾ ਭਾਵ ਆਨੰਦ ਜਾਂ ਅਕਾਲ ਪੁਰਖ ਦੀ ਪ੍ਰਾਪਤੀ ਕਿਵੇਂ ਹੋਵੇ, ਕਿਵੇਂ ਉਹ ਰਸਤਾ ਮਿਲੇ, ਇਹਨਾਂ ਤੋਂ ਅਸੀਂ ਇਹ ਸਿੱਖਿਆ ਲੈਣੀ ਹੁੰਦੀ। ਪਰ ਜਦੋਂ ਇਹ ਗ੍ਰੰਥ ਕਿਸੇ ਉਹਨਾਂ ਲੋਕਾਂ ਦੇ ਹੱਥ ਆ ਜਾਂਦੇ ਜਿਨ੍ਹਾਂ ਦੀ ਸੋਚ ਸੌੜੀ ਹੁੰਦੀ ਹੈ, ਜਾਂ ਉਸ ਸਮੇਂ ਬ੍ਰਾਹਮਣ ਲੋਕ ਸਨ, ਜਦੋਂ ਉਹਨਾਂ ਦੇ ਹੱਥ ਇਹ ਗ੍ਰੰਥ ਆ ਜਾਂਦੇ ਫਿਰ ਆਪਣੇ ਢੰਗ ਦੇ ਨਾਲ ਵਿਆਖਿਆ ਕਰਨੀ ਸ਼ੁਰੂ ਕਰ ਦਿੰਦੇ ਆ, ਤੇ ਜਦੋਂ ਆਪਣੇ ਢੰਗ ਦੇ ਨਾਲ ਵਿਆਖਿਆ ਕਰਦੇ ਆ ਫਿਰ ਉਹਦੇ ਵਿੱਚੋਂ ਮੂਰਤੀ ਪੂਜਾ ਵੀ ਪੈਦਾ ਹੋਈ ਹੈ, ਫਿਰ ਉਹਦੇ ਵਿੱਚੋਂ ਬਲੀਆਂ ਦਾ ਸਿਧਾਂਤ ਵੀ ਪੈਦਾ ਹੋਇਆ, ਫਿਰ ਉਹਦੇ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਤੀਰਥਾਂ ਦੇ ਇਸ਼ਨਾਨ ਵੀ ਪੈਦਾ ਹੋਏ। ਕਿੰਨੇ ਪੈਦਾ ਕੀਤੇ? ਜਿਨ੍ਹਾਂ ਨੇ ਸੌੜੀ ਸੋਚ ਦੇ ਨਾਲ ਉਹਨਾਂ ਗ੍ਰੰਥਾਂ ਦੀ ਵਿਆਖਿਆ ਕੀਤੀ। ਇਸੇ ਕਰਕੇ ਕਿਹਾ ਜਾਂਦਾ ਹੈ ਨਾ, ਜਦੋਂ ਵੀ ਕੋਈ ਬੁਲਾਰਾ ਬੋਲਦਾ ਹੈ, ਜਦੋਂ ਕੋਈ ਗੁਰਮੁਖੀ ਪਿਆਰਾ ਬੋਲਦਾ, ਸਭ ਤੋਂ ਪਹਿਲਾਂ ਇਹ ਗੱਲ ਕਹਿੰਦਾ ਕਿ ਭਾਈ ਸਾਹਿਬ ਭਾਣ ਦੂਰ ਕਰਿਆ ਕਰੋ। ਕਿਉਂ? ਕਿਉਂਕਿ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆਪ ਨਾਤਾ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਪੜ੍ਹੀਏ। ਇਹ ਨਾ ਹੋਵੇ ਕਿ ਕੱਲ ਨੂੰ ਕੋਈ ਬਾਣੀ ਨੂੰ ਪੜ੍ਹ ਕੇ ਗਲਤ ਵਿਆਖਿਆ ਕਰਕੇ ਸਾਨੂੰ ਹੋਰ ਪਾਸੇ ਲਾ ਦੇਵੇ। ਇਸੇ ਕਰਕੇ ਬੜਾ ਜ਼ਰੂਰੀ ਹੈ। ਤੇ ਉਹਨਾਂ ਲੋਕਾਂ ਨੇ ਘਨੇਰੀਆਂ ਗੱਲਾਂ ਕੀਤੀਆਂ ਇਹਨਾਂ ਗ੍ਰੰਥਾਂ ਨੂੰ ਪੜ੍ਹ ਕੇ, ਤੇ ਪੜ੍ਹ ਕੇ ਫਿਰ ਉਹਦੇ ਨਾਲ ਹੋਇਆ ਕਿ ਵਖੇੜੇ ਪੈਦਾ ਹੋ ਗਏ, ਤੇ ਗੱਲਾਂ ਦੇ ਨਾਲ ਸਤਿਗੁਰੂ ਕਹਿੰਦੇ ਪਰਮੇਸ਼ਰ ਭਾਈ ਨਹੀਂ ਮਿਲਦਾ, ਵਾਹਿਗੁਰੂ ਨਹੀਂ ਮਿਲਦਾ। ਸਿਰਫ ਗੱਲਾਂ ਕਰਨ ਵਾਲਿਆਂ ਨੂੰ ਅੱਜ ਤੱਕ ਰੱਬ ਨਹੀਂ ਮਿਲਿਆ। ਜੇ ਰੱਬ ਮਿਲਿਆ ਹੈ, ਜੋ ਵਾਹਿਗੁਰੂ ਮਿਲਿਆ ਹੈ, ਤੇ ਜਪਣ ਵਾਲਿਆਂ ਨੂੰ ਮਿਲਿਆ ਜਿਨ੍ਹਾਂ ਨੇ ਨਿਮਰਤਾ ਧਾਰਨ ਕਰ ਲਈ। ਗੱਲਾਂ ਵਾਲਿਆਂ ਨੂੰ ਰੱਬ ਨਹੀਂ ਮਿਲਿਆ, ਗੱਲਾਂ ਵਾਲਿਆਂ ਨੇ ਚਪਰਾਈਆਂ ਕੀਤੀਆਂ, ਸਿਰਫ ਉਹਨਾਂ ਨੇ ਸਿਰਫ ਨਿੰਦਿਆ ਕੀਤੀ ਹੈ। ਤੇ ਜਿਹੜੇ ਜਪਣ ਵਾਲੇ ਹੁੰਦੇ ਆ ਉਹ ਲੈ ਜਾਂਦੇ ਆ ਪਰਮੇਸ਼ਰ ਦਾ ਨਾਮ, ਗੱਲਾਂ ਵਾਲੇ ਨਹੀਂ ਲੈ ਕੇ ਜਾਂਦੇ। ਗੱਲਾਂ ਵਾਲੇ ਬੜੇ ਆਏ ਸੰਸਾਰ ਉੱਤੇ ਜਿਨ੍ਹਾਂ ਨੇ ਕਹਿ ਦਿੱਤਾ ਰੱਬ ਇਵੇਂ ਦੀ ਇਵੇਂ ਪ੍ਰਾਪਤ ਹੋਵੇਗਾ, ਜਲ ਸਮਾਧੀ ਕਰ ਲਓ ਇਵੇਂ ਪ੍ਰਾਪਤ ਹੋਵੇਗਾ, ਯੋਗ ਸਾਧਨਾ ਕਰ ਲਓ ਇਵੇਂ ਪ੍ਰਾਪਤ ਹੋਵੇਗਾ। ਸਤਿਗੁਰਾਂ ਨੇ ਕਿਹਾ ਹੈ ਜੋਗੀ ਕਹੇ ਜੋਗ ਫਲ ਮੀਠਾ, ਅਵਰ ਨਾ ਦੂਜਾ ਭਾਈ। ਮਾਰਗ ਦੇ ਜੋਗੀ ਕਹਿੰਦੇ ਆ ਕਿ ਜੋ ਵੀ ਵਧੀਆ ਜਿਹਦੇ ਨਾਲ ਰੱਬ ਮਿਲ ਜਾਵੇ, ਪਰ ਸਤਿਗੁਰੂ ਕਹਿੰਦੇ ਸ਼ਬਦ ਦੇ ਨਾਲ ਪ੍ਰੀਤ ਨਹੀਂ ਕਿਸੇ ਨੂੰ ਪਾਈ। ਜਿੰਨਾ ਚਿਰ ਮਨੁੱਖ ਦੀ ਪ੍ਰੀਤ ਸ਼ਬਦ ਦੇ ਨਾਲ ਨਹੀਂ ਹੋਵੇਗੀ ਨਾ, ਉਹਨਾਂ ਚਿਰ ਮਨੁੱਖ ਦੇ ਕੋਲ ਅਧਿਆਤਮਿਕ ਗਿਆਨ ਨਹੀਂ ਹੋਵੇਗਾ। ਮੈਂ ਆਰੰਭ ਕੀਤਾ ਸੀ ਸ਼ਬਦ ਨਾਲ, ਤੇ ਫਿਰ ਗੱਲ ਲੈ ਕੇ ਆਵਾਂ ਕਿ ਇਹ ਜਿਹੜੇ ਸ਼ਬਦ ਸਾਨੂੰ ਸੂਝ ਦਿੰਦੇ ਆ ਸੰਸਾਰ ਦਾ, ਜਿੰਨੇ ਵੀ ਆਪਾਂ ਗੱਲਾਂ ਕਰਦੇ ਹਾਂ ਜਾਂ ਸਾਡੇ ਲਾਇਬ੍ਰੇਰੀਆਂ ਭਰੀਆਂ ਪਈਆਂ ਕਿਤਾਬਾਂ ਦੇ ਨਾਲ, ਉਹ ਸਾਨੂੰ ਸਾਰੀਆਂ ਸੂਝ ਦਿੰਦੀਆਂ ਸੰਸਾਰ। ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਹੈ ਇਹ ਸਾਨੂੰ ਸੂਝ ਦਿੰਦਾ ਹੈ ਪਰਮੇਸ਼ਰ ਦੀ, ਵਾਹਿਗੁਰੂ ਦੀ। ਜਦੋਂ ਆਪਾਂ ਜਪਜੀ ਸਾਹਿਬ ਤੋਂ ਆਰੰਭ ਕਰਦੇ ਹਾਂ, ਬਾਣੀ ਪੜ੍ਹਦੇ ਰਹਿੰਦੇ ਹਾਂ, ਤੇ ਸਾਨੂੰ ਪਤਾ ਲੱਗਦਾ ਹੈ ਕਿ ਵਾਰ-ਵਾਰ ਵੱਖ-ਵੱਖ ਮੁਕਤੀਆਂ ਦੇ ਨਾਲ ਮਹਾਰਾਜ ਸਾਨੂੰ ਵਾਰ-ਵਾਰ ਇਹ ਗੱਲ ਸਮਝਾਉਂਦੇ ਆ ਕਿ ਬਾਣੀ ਪੜ੍ਹੋ, ਭਜਨ ਕਰੋ, ਬੰਦਗੀ ਕਰੋ। ਆਪ 16ਵੀਂ ਪੌੜੀ ਵਿੱਚ ਆ ਰਹੇ
ਤੇ ਪਹਿਲੀ ਪੌੜੀ ਤੋਂ ਲੈ ਕੇ 16ਵੀਂ ਪੌੜੀ ਤੱਕ ਗੁਰੂ ਦਾ ਨਾਮ ਵੀ ਵਿੱਚ ਆਇਆ, ਪਰ ਨੇ ਗੁਰੂ ਦੀ ਗੱਲ ਵੀ ਕੀਤੀ ਹੈ। ਫਿਰ ਉਸ ਤੋਂ ਬਾਅਦ ਉਸ ਅਕਾਲ ਪੁਰਖ ਦੀ ਗੱਲ ਵੀ ਕੀਤੀ ਹੈ, ਤੇ ਫਿਰ ਉਸ ਅਕਾਲ ਪੁਰਖ ਨੂੰ ਮਿਲਣ ਵਾਲੇ ਭਗਤਾਂ ਦੀ, ਸੰਤਾਂ ਦੀ, ਗੁਰਮੁਖਾਂ ਦੀ ਗੱਲ ਵੀ ਕੀਤੀ। ਕਿਉਂ? ਕਿਉਂਕਿ ਅਧਿਆਤਮਿਕ ਜੀਵਨ ਜਦੋਂ ਬਣਦਾ ਹੈ ਨਾ, ਉਦੋਂ ਸ਼ਬਦ ਦੀ ਵਿਚਾਰ ਦੁਆਰਾ ਬਣਦਾ। ਜਦੋਂ ਸ਼ਬਦ ਨੂੰ ਸੁਣਦੇ ਆ, ਸ਼ਬਦ ਨੂੰ ਪੜ੍ਹਦੇ ਆ ਤੇ ਹਿਰਦੇ 'ਚ ਵਸਾਉਂਦੇ ਆ, ਤੇ ਫਿਰ ਸਾਨੂੰ ਉਸ ਵਿਚਾਰ ਦੇ ਨਾਲ ਸ਼ਬਦ ਜਿਹੜਾ ਪ੍ਰਾਪਤ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ, ਮਹਾਰਾਜ ਕਹਿੰਦੇ ਜੀ, ਇੱਕ ਫਿਰਿਆ ਘਨੇਰੇ, ਘਨੇਰੇ ਭਾਵ ਬਹੁਤ ਜ਼ਿਆਦਾ ਫਿਰਦੇ, ਭੱਜੀ ਫਿਰਦੇ ਆ, ਕਰਾਂ ਗੱਲਾਂ ਕਰਦੇ ਤਰ੍ਹਾਂ ਤਰ੍ਹਾਂ ਦੀਆਂ ਇਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਗੱਲੀ ਕਿਵੇਂ ਨਾ ਪਾਣੀ। ਮਹਾਰਾਜ ਦੀ ਗੱਲਾਂ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਕਦੀ ਵੀ ਪ੍ਰਾਪਤ ਨਹੀਂ ਹੁੰਦਾ। ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਭਾਈ ਗੁਰਮੁਖੋ, ਇਹ ਜਿਹੜਾ ਸੋਹਿਲਾ ਸ਼ਬਦ ਹੈ ਨਾ, ਇਹ ਗੁਰੂ ਕੀ ਬਾਣੀ ਜੋ ਹੈ, ਇਹ ਪ੍ਰਾਪਤ ਹੀ ਗੁਰੂ ਦੇ ਕੋਲੋਂ ਹੋਣੀ। ਸੁਣਾਉਣਾ ਵੀ ਇਹ ਗੁਰੂ ਨੇ ਹੈ, ਤੇ ਪੜ੍ਹਨਾ ਵੀ ਅਸੀਂ ਗੁਰੂ ਦੀ ਗੋਦ 'ਚ ਬਹਿ ਕੇ। ਇਹ ਬੜੀ ਵੱਡੀ ਗੱਲ ਹੈ ਕਿ ਉਹੀ ਸ਼ਬਦ ਹਨ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੇ ਤੇ ਆਪ ਵੀ ਪੜ੍ਹੇ। ਕਿਉਂਕਿ ਭਾਈ ਗੁਰਦਾਸ ਜੀ ਗੱਲ ਕਹਿੰਦੇ ਹੁੰਦੇ ਸਨ, ਉਹਨਾਂ ਨੇ ਲਿਖਿਆ, ਕਹਿੰਦੇ ਸੋ ਦਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਨ। ਕਹਿਣ ਦੇ ਭਾਵ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਇਹ ਬਾਣੀ ਜ਼ਰੂਰ ਲਿਖੀ ਹੈ, ਪਰ ਉਹ ਹਰ ਰੋਜ਼ ਇਸੇ ਹੀ ਬਾਣੀ ਨੂੰ ਗਾਇਆ ਕਰਦੇ ਸਨ। ਸੋ ਦਰ ਵੀ ਪੜ੍ਹਦੇ ਸਨ, ਆਰਤੀ ਵੀ ਪੜ੍ਹਦੇ ਸਨ, ਤੇ ਜਾਪ ਉਚਾਰਨ ਜਪਜੀ ਸਾਹਿਬ ਵੀ ਪੜ੍ਹਦੇ ਸਨ। ਉਹੀ ਜਪਜੀ ਸਾਹਿਬ ਅੱਜ ਅਸੀਂ ਪੜ੍ਹਦੇ ਪਏ, ਤੇ ਸਾਡੇ ਗੁਰੂ ਦੀ ਸਾਡੇ ਉੱਤੇ ਕਿੰਨੀ ਕਿਰਪਾ ਹੋਵੇਗੀ। ਉਹੀ ਬਾਣੀ ਜਿਹੜੀ ਸਾਡੇ ਗੁਰੂ ਨੇ ਪੜ੍ਹ ਕੇ ਉਸ ਬ੍ਰਾਹਮਣ ਦੇ ਨਾਲ ਸਾਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ, ਅੱਜ ਵੀ ਅਸੀਂ ਉਹੀ ਬਾਣੀ ਪੜ੍ਹਦੇ ਹਾਂ, ਸਾਡੇ ਵੱਡੇ ਭਾਗ। ਇਸੇ ਕਰਕੇ ਸਤਿਗੁਰੂ ਕਹਿੰਦੇ, ਕਹਿ ਨਾਨਕ ਸ਼ਬਦ ਸੋਹਿਲਾ। ਸੋਹਿਲਾ ਭਾਵ ਇਹ ਜਿਹੜਾ ਸ਼ਬਦ ਹੈ, ਜਿਹੜਾ ਖੁਸ਼ੀ ਦਾ ਗੀਤ ਹੈ, ਖੁਸ਼ੀ ਦਾ ਗੀਤ ਜਿਹਦੇ ਨਾਲ ਖਿੜਾਓ ਆਉਂਦਾ ਮਨ ਦੇ ਵਿੱਚ, ਜਿਹਦੇ ਨਾਲ ਆਨੰਦ ਬਣਨਾ, ਜਿਹਦੇ ਨਾਲ ਜੀਵਨ 'ਚ ਕੁਛ ਆਨੰਦ ਆਉਣਾ ਹੈ। ਕਿ ਹਮੇਸ਼ਾ ਦੇਖਿਓ ਸਾਧ ਸੰਗਤ, ਬਾਣੀ ਪੜ੍ਹਨ ਵਾਲੇ ਤੇ ਜਿਹੜੇ ਦੂਸਰੇ ਹੁੰਦੇ ਆ ਆਮ ਸੰਸਾਰੀ ਲੋਕ, ਉਹਨਾਂ ਤੋਂ ਬਾਹਰ ਦੇਖਣ ਨੂੰ ਭਾਵੇਂ ਉਹਨਾਂ ਦੇ ਵਿੱਚ ਕੋਈ ਫਰਕ ਨਾ ਆਵੇ, ਪਰ ਜਿਹੜੇ ਬਾਣੀ ਪੜ੍ਹਨ ਵਾਲੇ ਹੁੰਦੇ ਆ, ਬੰਦਗੀ ਕਰਨ ਵਾਲੇ ਹੁੰਦੇ ਆ, ਉਹਨਾਂ ਦੇ ਚਿੰਤਾ ਝੋਰੇ ਖਤਮ ਹੋ ਜਾਂਦੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਗੁਰੂ ਕਰਨ ਸਮਰੱਥ ਹੈ। ਹਾਂ, ਉਹ ਅਰਦਾਸ ਵੀ ਗੁਰੂ ਕੋਲ ਕਰਦੇ ਆ, ਜਦੋਂ ਜੀਵਨ ਦੀ ਕਵਿਤਾ ਬਣਦੀ ਹੈ। ਨਹੀਂ ਕਿ ਉਹ ਅਰਦਾਸ ਨਹੀਂ ਕਰਦੇ, ਗੁਰੂ ਦੇ ਕੋਲ ਅਰਦਾਸ ਵੀ ਕਰਦੇ, ਤੇ ਗੁਰੂ ਕੋਲੋਂ ਮੰਗਦੇ ਵੀ ਹਰ ਵਸਤੂ ਮੰਗਦੇ ਆ ਜੀਵਨ ਦਾ ਨਿਰਵਾਹ ਚਲਾਉਣ ਵਾਸਤੇ। ਮੰਗੀ ਹੈ ਭਗਤ ਧੰਨਾ ਜੀ ਨੇ ਮੰਗਿਆ ਹੈ, ਗੋਪਾਲ ਕੇ ਲਾਲ ਕਾਜੋ ਜਨ ਪੁੱਤਰੀ ਭਗਤ ਕਰਨ ਦੇ ਦਿਨ ਕੇ ਕਾਸਵਾ, ਦਾਲ ਸੀਤਾ ਮੰਗੋ ਕੀ ਮੰਗਿਆ ਸਾਰਾ ਕੁਛ। ਇਸੇ ਪ੍ਰਕਾਰ ਨਾਮ ਜਪਣ ਵਾਲੇ, ਬਾਣੀ ਪੜ੍ਹਨ ਵਾਲੇ ਵੀ ਗੁਰੂ ਦੇ ਕੋਲੋਂ ਮੰਗਦੇ ਆ, ਪਰ ਉਹ ਸਭ ਤੋਂ ਵੱਡੀ ਦਾਤ ਗੁਰੂ ਨੂੰ ਹੀ ਗੁਰੂ ਦੇ ਕੋਲੋਂ ਮੰਗਦੇ ਆ, ਕਿ ਗੁਰੂ ਦਾ ਸ਼ਬਦ ਮੰਗਦੇ ਆ। ਜਦੋਂ ਸੋਹਿਲਾ ਸ਼ਬਦ ਪੜ੍ਹਦੇ ਆ ਕਿ ਜੀਵਨ ਉਹਨਾਂ ਦਾ ਖੜਾਓ ਵਾਲਾ ਹੋ ਜਾਂਦਾ, ਜੀਵਨ ਉਹਨਾਂ ਦਾ ਖੁਸ਼ੀ ਵਾਲਾ ਹੋ ਜਾਂਦਾ ਹੈ। ਇਸੇ ਕਰਕੇ ਸਤਿਗੁਰੂ ਕਹਿੰਦੇ, ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਇਹ ਜਿਹੜਾ ਸ਼ਬਦ ਸੋਹਿਲਾ ਹੈ, ਖੁਸ਼ੀ ਦਾ ਗੀਤ ਹੈ, ਇਹ ਸਤਿਗੁਰੂ ਸੁਣਾਉਂਦਾ ਹੈ। ਤੇ ਸਤਿਗੁਰੂ ਕੌਣ ਹੈ? ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਕੋਲ ਬੈਠ ਕੇ ਆਪਾਂ ਇਹ ਸ਼ਬਦ ਦੀ ਵਿਚਾਰ ਕਰਦੇ ਹਾਂ, ਹਰ ਰੋਜ਼ ਨਿਰੰਤਰ ਬਾਣੀ ਪੜ੍ਹਦੇ ਹਾਂ, ਬੰਦਗੀ ਕਰਦੇ ਹਾਂ, ਜਿਹਦੇ ਨਾਲ ਸਾਡਾ ਜੀਵਨ ਸਵਰਨਾ ਹੁੰਦਾ। ਤੇ ਜੀਵਨ ਨੂੰ ਸਾਧ ਸੰਗਤ ਸਵਾਰਨ ਵਾਸਤੇ ਸ਼ਬਦ ਬੜਾ ਸਹਾਈ ਹੈ। ਹੁਣ ਕਿਸੇ ਮੂਰਤੀ ਨੂੰ ਤੁਸੀਂ ਕਹਿ ਲਓ, ਜਦੋਂ ਤੁਸੀਂ ਕਿਸੇ ਮੂਰਤੀ ਦੇ ਅੱਗੇ ਸਿਰ ਨਿਭਾਓਗੇ, ਉਹਨੂੰ ਕਹੋਗੇ ਕਿ ਮੇਰਾ ਜੀਵਨ ਬਦਲ ਦੇ, ਉਹਦੀ ਜੀਵਨ ਨਹੀਂ ਬਦਲ ਸਕਦੀ, ਕੋਈ ਮੂਰਤੀ ਜੀਵਨ ਨਹੀਂ ਬਦਲ ਸਕਦੀ। ਕੱਲ ਵੀ ਮੈਂ ਵਿਚਾਰ ਕੀਤੀ, ਕਦੇ ਪੱਥਰ, ਕਦੀ ਇਮਾਰਤਾਂ ਜੀਵਨ ਨਹੀਂ ਬਦਲਿਆ ਕਰਦੀਆਂ। ਜੀਵਨ ਬਦਲਦਾ ਹੈ ਵਿਚਾਰ ਦੇ ਨਾਲ। ਕਿਉਂਕਿ ਆਪਾਂ ਜਦੋਂ ਬਚਪਨ 'ਚ ਹੁੰਦੇ ਆ ਨਾ, ਜਦੋਂ ਛੋਟੇ ਹੁੰਦੇ ਆ, ਤੇ ਉਦੋਂ ਸਾਨੂੰ ਆਪਣੇ ਪਰਿਵਾਰ ਦੇ ਵਿੱਚੋਂ ਬੋਲਣ ਦੀ ਜਾਚ ਸਿੱਖਦੇ ਆਪਾਂ, ਉਹਦੇ ਨਾਲ ਸਾਡੇ ਸੰਸਕਾਰ ਬਣਦੇ ਆ। ਜਿਵੇਂ ਪਰਿਵਾਰ ਕਰਦਾ, ਜੇ ਪਰਿਵਾਰ ਦੇ ਵਿੱਚ ਪਿਤਾ ਸ਼ਰਾਬ ਪੀਂਦਾ ਹੈ, ਇਹ ਪੱਕਾ ਹੈ ਕਿ ਉਹਦਾ ਪੁੱਤਰ ਵੀ ਆਉਣ ਵਾਲੇ ਸਮੇਂ 'ਚ ਸ਼ਰਾਬੀ ਹੀ ਬਣੇਗਾ। ਤੇ ਜੇ ਪਿਤਾ ਪਰਿਵਾਰ ਦੇ ਵਿੱਚ ਬਾਣੀ ਪੜ੍ਹਦਾ ਹੈ, ਬੰਦਗੀ ਕਰਦਾ ਹੈ, ਤੇ ਆਉਣ ਵਾਲੇ ਸਮੇਂ 'ਚ ਉਹਦਾ ਪੁੱਤਰ ਵੀ ਬਾਣੀ ਪੜ੍ਹੇਗਾ। ਇਹ ਗੱਲ ਪੱਕੀ ਹੈ। ਇਸੇ ਕਰਕੇ ਵਿਚਾਰ ਦੇ ਨਾਲ ਜੀਵਨ ਬਦਲਣਾ ਹੁੰਦਾ ਹੈ। ਜਿਵੇਂ ਦੀ ਵਿਚਾਰ ਅਸੀਂ ਆਪਣੇ ਜੀਵਨ 'ਚ ਧਾਰਨ ਕਰਾਂਗੇ, ਉਹਦੇ ਨਾਲ ਹੀ ਜੀਵਨ
ਤੇ ਇਸ ਵਿਚਾਰ ਨੂੰ ਧਾਰਨ ਕਰਨ ਵਾਸਤੇ ਅਸੀਂ ਨਿਰੰਤਰ ਯਤਨ ਕਰਦੇ ਹਾਂ ਰੋਜ਼ ਗੁਰੂ ਦੇ ਕੋਲ ਆਉਣ। ਕਿਉਂ? ਕਿਉਂਕਿ ਸਾਡਾ ਮਨ ਜਿਹੜਾ ਇਹ ਬੜਾ ਅਵਾੜਾ ਹੈ ਤੇ ਇਹ ਗੁਰੂ ਨੂੰ ਵੀ ਪਤਾ, ਸਾਨੂੰ ਵੀ ਪਤਾ ਹੈ ਤੇ ਗੁਰੂ ਨੂੰ ਸਾਡੇ ਨਾਲੋਂ ਵਧੇਰੇ ਪਤਾ। ਇਸੇ ਕਰਕੇ ਮਹਾਰਾਜ ਵਾਰ-ਵਾਰ ਸਾਨੂੰ ਉਹੀ ਗੱਲਾਂ ਰਿਪੀਟ ਕਰ ਕਰ ਸਮਝਾਉਂਦੇ ਆ ਕਿ ਭਾਈ ਸਮਝ ਜਾ, ਸਮਝ ਜਾ। ਕਿਸੇ ਨੇ ਪੁੱਛਿਆ ਸੀ ਭਾਈ ਵੀਰ ਸਿੰਘ ਨੂੰ, चिट्ठी लिखी भाई वीर सिंह ਨੂੰ। भाई वीर सिंह जी, मैं बाणी पढ़दा मेरा मन नहीं टिकदा, बाणी पढ़दा मेरा मन नहीं टिकदा, मेरा मन ये कहता कि मैं हुण बाणी पढ़नी छड्ड दूं। ਜਦੋਂ मन ही नहीं टिकदा बाणी पढ़न दा की फायदा? ਤੇ ਉਸ ਸਮੇਂ ਭਾਈ ਵੀਰ ਸਿੰਘ ਨੇ ਉਸ ਚਿੱਠੀ ਦਾ ਉੱਤਰ ਲਿਖ ਕੇ ਭੇਜਿਆ। ਭਾਈ ਵੀਰ ਸਿੰਘ ਕਹਿੰਦੇ ਲੱਗਾ ਰਹੇਗਾ ਤੇ ਲੱਖਾਂ ਦਾ, ਉੱਠ ਜਾਵੇਗਾ ਤੇ ਕੱਖਾਂ ਦਾ। ਭਾਈ ਵੀਰ ਸਿੰਘ ਨੇ ਲਿਖ ਕੇ ਭੇਜਿਆ। ਭਾਈ ਵੀਰ ਸਿੰਘ ਕਹਿੰਦੇ ਜਿਵੇਂ ਘਰ ਦੇ ਵਿੱਚ ਆਪਾਂ ਰੋਜ਼ ਝਾੜੂ ਮਾਰਦੇ, ਰੋਜ਼ ਝਾੜੂ ਮਾਰਨ ਦੇ ਨਾਲ ਗੰਦਗੀ ਬਾਹਰ ਕੱਢ ਦਿੰਦੇ ਪਰ ਫੇਰ ਅਗਲੇ ਦਿਨ ਗੰਦਗੀ ਫੈਲਾ। ਇਸੇ ਪ੍ਰਕਾਰ ਜਦੋਂ ਰੋਜ਼ ਝਾੜੂ ਮਾਰਦੇ ਆ, ਰੋਜ਼ ਬਾਣੀ ਪੜ੍ਹਦੇ ਆ, ਇਹ ਹਿਰਦੇ ਰੂਪੀ ਗੰਦਗੀ ਵੀ ਬਾਹਰ ਆ। ਪੁੱਛਿਆ ਸੀ ਸਿੱਖਾਂ ਨੇ ਕਿ ਬਾਬਾ ਬੁੱਢਾ ਜੀ ਤੁਹਾਨੂੰ ਬਾਣੀ ਪੜ੍ਹਨ ਦੀ ਕੀ ਲੋੜ ਹੈ? ਇੰਨੇ ਵੱਡੇ ਮਹਾਂਪੁਰਸ਼ ਹੋ ਗਏ ਹੋ ਤੁਸੀਂ ਕਾਹਤੋਂ ਬਾਣੀ ਪੜ੍ਹਦੇ ਹੋ? ਤੇ ਉਸ ਸਮੇਂ ਬਾਬਾ ਬੁੱਢਾ ਜੀ ਦੇ ਇਹੀ ਬਚਨ ਸਨ ਕਿ ਸਿੱਖੋ, ਜੇ ਮੈਂ ਬਾਣੀ ਪੜ੍ਹਨੀ ਬੰਦ ਕਰ ਦਿੱਤੀ ਤੇ ਫਿਰ ਉਸ ਤੋਂ ਬਾਅਦ ਜੇ ਤੁਹਾਡੇ ਵਿੱਚੋਂ ਕੋਈ ਇਸ ਅਵਸਥਾ ਤੇ ਪਹੁੰਚ ਗਿਆ ਉਹ ਵੀ ਬਾਣੀ ਪੜ੍ਹਨੀ ਛੱਡ ਦੇਵੇਗਾ। ਤੇ ਜਦੋਂ ਹੌਲੀ ਹੌਲੀ ਇੱਦਾਂ ਦੇ ਸਿੱਖ ਪੈਦਾ ਹੋ ਗਏ ਉਹਨਾਂ ਦਾ ਜੀਵਨ ਗਰਕ ਕਰ ਦਿੱਤਾ। ਕਿਉਂ? ਮਨ ਨਹੀਂ ਕਦੀ ਵੀ ਟਿਕਦਾ, ਮਨ ਬਹੁਤ ਅਵਾਰਾ ਹੈ, ਇਹਨੂੰ ਸਮਝਾਉਣਾ ਬਹੁਤ ਔਖਾ ਹੈ। ਇਸੇ ਕਰਕੇ ਮਾਰਗ ਦੇ ਵਿੱਚ ਸ਼ੁਰੂ ਦਾ ਸ਼ਬਦ ਸੁਹਾਵਾ ਇਹ ਸਤਿਗੁਰੂ ਤੋਂ ਪ੍ਰਾਪਤ ਹੁੰਦਾ। ਜਦੋਂ ਵਾਰ-ਵਾਰ ਗੁਰੂ ਕੋਲ ਆਉਂਦੇ ਹਾਂ, ਵਾਰ-ਵਾਰ ਸਾਨੂੰ ਗੁਰੂ ਸਮਝਾਉਂਦਾ ਕਿ ਭਾਈ ਜੀਵਨ ਚ ਆਹ ਗੱਲਾਂ ਲੈ ਆ, ਜੀਵਨ ਚੋਂ ਆਹ ਗੱਲਾਂ ਕੱਢ ਦੇ। ਤੇ ਜਦੋਂ ਗੁਰੂ ਦੀਆਂ ਕਈਆਂ ਗੱਲਾਂ ਨੂੰ ਆਪਣੇ ਜੀਵਨ ਚ ਲੈ ਆਉਂਦੇ ਆ ਤੇ ਜਿਹੜੀਆਂ ਗੱਲਾਂ ਨੂੰ ਗੁਰੂ ਕਹਿੰਦਾ ਜੀਵਨ ਚੋਂ ਕੱਢਦੇ ਉਹਨਾਂ ਨੂੰ ਕੱਢ ਦਿੰਦੇ ਆ ਤੇ ਫਿਰ ਵਿਚਾਰ ਦੇ ਨਾਲ ਜੀਵਨ ਬਦਲ ਜਾਂਦਾ, ਫਿਰ ਸੁਹਲਾ ਬਣ ਜਾਂਦਾ ਜੀਵਨ। ਜੀਵਨ ਵਿੱਚ ਰੰਗਤ ਆ ਜਾਂਦੀ ਹੈ, ਜੀਵਨ ਫਿਰ ਭਲਾ ਹੋ ਜਾਂਦਾ ਹੈ, ਜੀਵਨ ਫਿਰ ਆਪਣਾ ਵੀ ਭਲਾ ਸੋਚਦਾ, ਫਿਰ ਦੂਸਰਿਆਂ ਦਾ ਵੀ ਭਲਾ ਸੋਚਦਾ। ਫਿਰ ਕਹਿੰਦਾ ਹੈ ਆਪ ਜਪੋ ਅਗਰ ਨਾਮ ਜਪੋ, ਆਪ ਵੀ ਜਪਾਂ ਤੇ ਹੋਰਾਂ ਨੂੰ ਮੈਂ ਨਾਮ ਜਪਾਵਾਂ। ਇਹ ਜੀਵਨ ਦੀ ਜਿਹੜੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਸੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਸੰਸਾਰ ਦੇ ਲੋਕ ਵੀ ਗੀਤ ਗਾਉਂਦੇ ਆ ਪਰ ਗੁਰਸਿੱਖੋ ਤੁਸੀਂ ਉਹ ਗੀਤ ਗਾਓ ਜਿਹੜਾ ਸੋਹਿਲਾ ਗੀਤ ਹੈ, ਸੋਹਿਲਾ ਖੁਸ਼ੀ ਦਾ ਗੀਤ ਹੈ, ਜਿਹੜਾ ਸ਼ਬਦ ਗੀਤ ਹੈ ਤੇ ਗੁਰੂ ਦਾ ਦੁਆਰਾ ਦਿੱਤਾ ਗਿਆ ਗੀਤ ਹੈ। ਸੰਸਾਰ ਦੇ ਗੀਤ ਜਿਹੜੇ ਲੋਕ ਗਾਉਂਦੇ ਆ ਨਾ, ਮਹਾਰਾਜ ਕਹਿੰਦੇ ਆ ਗਾਵਤ ਜਿਹੜੇ ਗੀਤ ਗਾਉਂਦੇ ਆ ਤੇ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਸਰਵਣੀ ਮੋਹਨ ਸਰਵਣੀ ਇਹ ਨਾ ਸੁਣਾ। ਇਹ ਜਿਹੜੇ ਗੀਤ ਸੰਸਾਰ ਦੇ ਲੋਕਾਂ ਦੇ ਮੇਰੇ ਕੰਨਾਂ ਵਿੱਚ ਨਾ ਪੈਣ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਸੁਹਲੇ ਸ਼ਬਦ ਗਾਉਂਦੇ ਆ ਉਹਦੇ ਨਾਲ ਜੀਵਨ ਬਦਲਦਾ ਹੈ। ਸੰਸਾਰ ਦੇ ਗੀਤਾਂ ਦੇ ਨਾਲ ਜੀਵਨ ਨਹੀਂ ਬਦਲਿਆ। ਹਾਂ, ਹਥਿਆਰ ਪ੍ਰਮੋਟ ਹੋ ਸਕਦੇ ਆ, ਸ਼ਰਾਬਾਂ ਨਸ਼ੇ ਪ੍ਰਮੋਟ ਹੋ ਸਕਦੇ ਆ, ਹੋਰ ਬੜਾ ਕੁਝ ਹੋ ਸਕਦਾ ਉਹਨਾਂ ਗੀਤਾਂ ਦੇ ਨਾਲ। ਪਰ ਜੇ ਅਧਿਆਤਮਿਕ ਜੀਵਨ ਨੂੰ ਚੰਗਾ ਜਿਉਣਾ ਹੈ ਉਹਦੇ ਵਾਸਤੇ ਗੁਰੂ ਦੇ ਸ਼ਬਦ ਦਾ ਗੀਤ ਗਾਉਣਾ ਪਵੇਗਾ, ਗੁਰੂ ਦੇ ਕੋਲੋਂ ਪੁੱਛ ਕੇ ਚੱਲਣਾ ਪਏਗਾ। ਸੋ ਸਤਿਗੁਰੂ ਰਹਿਮਤ ਕਰ 16 ਜਿਹੜੀਆਂ ਪੌੜੀਆਂ ਆਪਾਂ ਸਤਿਗੁਰੂ ਨੇ ਹਰ 17ਵੀਂ ਪੌੜੀ ਦੀ ਵਿਚਾਰ ਕਰਾਂਗੇ। ਹੋਈਆਂ ਬੇਅੰਤ ਤੇ ਜਾ ਚੁੱਕਾ ਇਮਾਨ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਾਂ